ओला बोंदिया गुड मॉर्निंग सत श्रीकाल राम राम आदाब सारिਆਂ ਨੂੰ ਜੀ। ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਅੰਦਰ ਜੋ ਵੀ ਲਾਈਕ ਸ਼ੈਫ ਵਾਲਾ ਨੇ ਨਈ ਅਪਡੇਟ ਡਾਲੀ ਹੈ ਕਿ ਸਾਰੇ ਬੰਦਿਆਂ ਨੂੰ TRC ਮਿਲਣਗੀਆਂ। ਉਹ ਗੱਲ ਸੱਚ ਹੈਗੀ ਕਿ ਨਹੀਂ ਹੈਗੀ ਹੈ ਤੇ ਉਹਨਾਂ ਦੀ ਵੈਬਸਾਈਟ 'ਚ ਕੀ ਲਿਖਿਆ ਹੋਇਆ। ਜਿਹੜੇ ਭਰਾ ਸਮਝ ਰਹੇ ਪੁਰਤਗਾਲੀ ਨਹੀਂ ਸਮਝ ਸਕਦੇ ਤੇ ਉਹਨਾਂ ਨੂੰ ਮੈਂ ਟ੍ਰਾਂਸਲੇਟ ਕਰਕੇ ਦੱਸਦਾ ਪਿਆ ਕਿ ਉਹਨਾਂ ਨੇ ਇਸ ਬਾਰੇ ਕੀ ਬੋਲਿਆ ਤੇ ਕੀ ਇਹਨਾਂ ਦੇ ਨਏ ਰੂਲ ਨੇ ਨਾ। ਤੇ ਤੁਹਾਨੂੰ ਡਾਕੂਮੈਂਟ ਕੀ ਚਾਹੀਦੇ ਜੇ ਤੁਹਾਨੂੰ ਐਟ ਅ ਟਾਈਮ ਸੈਫ TRC ਦੇਣ ਲੱਗਿਆ ਹੈ ਨਾ। ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਫਾਈਨੈਂਸ ਨੰਬਰ ਤੁਹਾਡਾ ਸਹੀ ਹੋਣਾ ਚਾਹੀਦਾ, ਨਾਮ, ਡੇਟ ਆਫ ਬਰਥ, ਡਾਟਾ ਸਾਰਾ ਕੁਝ ਚੈੱਕ ਕਰ ਲਿਓ। ਜੇ ਕਿਸੇ ਦਾ ਕੋਈ ਪ੍ਰੋਬਲਮ ਹੋਈ ਤਾਂ ਜਾ ਕੇ ਹੁਣੇ ਫਾਈਨੈਂਸ ਨੰਬਰ ਚੇਂਜ ਕਰਾ ਸਕਦਾ। ਸੈਕਿੰਡ ਤੁਹਾਡਾ ਸੁਗਰੰਸ਼ਾ ਸੋਸ਼ਲ, ਤੁਹਾਡੇ ਕੋਲ ਉਹਦਾ ਪਾਸਵਰਡ ਆਨਲਾਈਨ ਰਜਿਸਟ੍ਰੇਸ਼ਨ ਤੁਹਾਨੂੰ ਜ਼ਰੂਰਤ ਹੈਗੀ ਤਾਂ ਠੀਕ ਹੈ, ਨਹੀਂ ਫਿਰ ਤੁਹਾਡੇ ਕੋਲ ਸੁਗਰੰਸ਼ਾ ਸੋਸ਼ਲ ਦਾ ਪੇਪਰ ਹੋਣਾ ਚਾਹੀਦਾ ਜਿਹੜਾ ਉਹ ਤੋਂ ਸਟੈਂਪ ਕਰਿਆ ਹੁੰਦਾ ਓਰੀਜਨਲ। ਥਰਡ ਚੀਜ਼ ਭਾਜੀ ਤੁਹਾਡੇ ਕੋਲ ਜੁੰਤਾ ਹੋਣਾ ਚਾਹੀਦਾ ਤੁਹਾਡੇ ਐਡਰੈਸ ਦਾ ਜਿੱਥੇ ਤੁਸੀਂ ਰਹਿੰਦੇ ਹੋ। ਫੋਰਥ ਤੁਹਾਡੇ ਕੋਲ ਮੈਡੀਕਲ ਨੰਬਰ, ਜੇ ਤੁਸੀਂ ਆਪਣੀ TRC ਦੇ ਅੰਦਰ ਅਪਡੇਟ ਕਰਾਉਣਾ ਚਾਹੁੰਦੇ ਹੋ ਮੈਡੀਕਲ ਨੰਬਰ ਵੀ ਅਥੈਂਟਿਕ ਨੰਬਰ ਜਿਹਨੂੰ ਕਹਿੰਦੇ ਉਹ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ। ਤੇ ਆਹ ਤਿੰਨੋਂ ਚਾਰ ਡਾਕੂਮੈਂਟ ਹੈਗੇ। ਉਹ ਤੋਂ ਬਾਅਦ ਤੁਹਾਡੇ ਕੋਲ ਡਿਕਲੇਰੇਸ਼ਨ ਫਾਰਮ ਹੋਣਾ ਚਾਹੀਦਾ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਦਾ ਡਿਕਲੇਰੇਸ਼ਨ ਫਾਰਮ ਮਿਲਦਾ ਤੇ ਉਹ ਹੋ ਗਿਆ। ਤੇ ਨਾਲੇ ਇੰਡੀਆ ਦੀ PCC, ਪਾਕਿਸਤਾਨ 'ਚ ਰਹਿੰਦੇ ਹੋ ਜਾਂ ਬੰਗਲਾਦੇਸ਼ ਏਸ਼ੀਅਨ ਕੰਟਰੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਹਨਾਂ ਦੀ PCC ਤੁਹਾਨੂੰ ਬਹੁਤ ਜ਼ਰੂਰੀ ਆ ਕਿ ਉਹਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਹਿੰਦੇ ਆ। ਤੇ ਤੁਹਾਡੀ ਉੱਧਰ ਥਾਣੇ ਤੋਂ ਜਾਂ ਜਿਹੜੀ ਵੀ ਤੁਹਾਨੂੰ ਕਚਹਿਰੀਆਂ ਕੋਰਟ ਪੜਦੀ ਉਹਨਾਂ ਤੁਹਾਨੂੰ PCC ਕੱਢ ਕੇ ਦੇਣੀ। ਫਿਰ ਉਹ ਪਟਿਆਲਾ ਹਾਊਸ ਤੋਂ ਸਟੈਂਪ ਲੱਗ ਕੇ ਦਿੱਲੀ ਦੇ ਅੰਦਰ ਆਫਿਸ ਹੋਣਾ ਦਾ ਤੇ ਉੱਥੇ ਸਟੈਂਪ ਲੱਗ ਕੇ ਫਿਰ ਤੁਹਾਨੂੰ ਉਹ ਚੀਜ਼ ਤੁਸੀਂ DHL ਕਰਾ ਲਿਓ ਜਿੱਦਾਂ ਵੀ ਤੁਸੀਂ ਕਰਾਉਣਾ ਹੈ ਨਾ। ਕੋਰੀਅਰ ਕਿਸੇ ਮੁੰਡੇ ਦੇ ਥਰੂ ਮੰਗਵਾਉਣਾ ਉਹ ਮੰਗਵਾ ਕੇ ਸਾਰੇ ਡਾਕੂਮੈਂਟ ਕੰਪਲੀਟ ਕਰ ਲਓ। ਹੁਣ ਇਹਨਾਂ ਦੇ ਅੰਦਰ ਇੱਦਾਂ ਕੋਈ ਚੀਜ਼ ਨਹੀਂ ਲਿਖੀ ਹੋਈ ਕਿ ਤੁਹਾਨੂੰ ਸਿੱਧਾ ਡਾਇਰੈਕਟ ਬਾਇਓਮੈਟ੍ਰਿਕ ਆਊਗੀ ਜਾਂ ਤੁਹਾਨੂੰ ਮੇਲ ਆਊਗੀ। ਇਹਦੇ ਅੰਦਰ ਹਾਲੇ ਤਾਂ ਕੋਈ ਆਪਸ਼ਨ ਨਹੀਂ, ਬਟ ਤੁਹਾਡੇ ਕੋਲ ਜਿਹੜਾ ਵੀ ਤੁਹਾਡਾ ਨੰਬਰ ਰਜਿਸਟਰ ਕੀਤਾ ਹੋਇਆ ਪੁਰਤਗਾਲ ਦੇ ਅੰਦਰ ਉਹਨੂੰ ਐਕਟੀਵੇਟ ਕਰਕੇ ਰੱਖਿਓ ਹੋਏ। ਜਿਹੜੇ ਭਰਾ ਇਸ ਕੰਟਰੀ ਤੋਂ ਬਾਹਰ ਬੈਠੇ ਨੇ ਉਹਨਾਂ ਨੂੰ ਵੀ ਖਾਸ ਕਰ ਇਹ ਚੀਜ਼ ਹੈ ਕਿ ਆਪਣੀ ਮੇਲ ਮੂਲ ਪ੍ਰੋਪਰ ਚੈੱਕ ਕਰਦੇ ਰਹੋ। ਜੇ ਕੋਈ ਵੀ ਮੇਲ ਆਈ ਤਾਂ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਇੱਥੇ ਹੋਣੇ ਚਾਹੀਦੇ ਪੋਸੀਬਲ ਕਹਿੰਦਾ ਮਤਲਬ ਤੁਸੀਂ ਇੱਥੇ ਐਟ ਟਾਈਮ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਕਿ ਕਿਹੜੀ ਤੁਹਾਨੂੰ ਸ਼ੈਫ ਨੇ ਬੁਲਾਇਆ, ਕੀ ਸੀਨ ਆ, ਕੀ ਡਾਕੂਮੈਂਟ ਚਾਹੀਦੇ। ਤੇ ਜਿਹੜੇ ਭਰਾ ਮੈਨੂੰ ਉਹ ਮੈਸੇਜ ਕਰਦੇ ਪਏ ਨੇ ਜਿਨ੍ਹਾਂ ਦੇ ਫਿੰਗਰ ਹੋਏ ਨੇ ਕਿਸੇ ਕੰਟਰੀ 'ਚ ਫੜੇ ਗਏ, ਕਿਸੇ ਕੰਟਰੀ 'ਚ ਹਲੇ ਜੇਲ੍ਹ 'ਚ ਬੈਠੇ ਨੇ ਤੇ ਭਰਾਵਾ ਉਹਨਾਂ ਦੇ ਅੰਦਰ ਇੱਦਾਂ ਕੋਈ ਅਪਡੇਟ ਤਾਂ ਲਿਖੀ ਨਹੀਂ ਹੋਈ। ਬਾਕੀ ਕਈ ਵਾਰ ਇੱਦਾਂ ਹੁੰਦਾ ਕਿ ਜੇ ਆਪਣੇ ਜਿੱਦਾਂ ਨੋਨ 'ਚ ਮੁੰਡੇ ਸੀਗੇ ਉਹਨਾਂ ਨੇ ਡਾਕੂਮੈਂਟ ਕਰਾਏ ਨੇ ਤੇ ਉਹਨਾਂ ਦੇ ਅੰਦਰ ਕਈ ਬੰਦਿਆਂ ਦੀ ਫਿੰਗਰ ਹੋਏ ਪਏ ਨੇ ਉਹਨਾਂ ਨੂੰ ਵੀ TRC ਮਿਲੀ ਹੈ ਤੇ ਕਈਆਂ ਦੇ ਫਿੰਗਰ ਹੋਏ ਨੇ ਲਾਈਕ ਜੇ ਜਰਮਨ 'ਚ ਫੜੇ ਗਏ ਜਾਂ ਆਸਟ੍ਰੇਲੀਆ 'ਚ ਫੜੇ ਗਏ ਜਿਨ੍ਹਾਂ ਦੀ ਫਿੰਗਰ ਫੜੇ ਗਏ ਕਰਦੇ ਹੋਏ ਤਾਂ ਉਹਨਾਂ ਨੂੰ TRC ਕਾਰਡ ਮਿਲ ਜਾਂਦਾ ਪਰ ਥੋੜ੍ਹਾ ਲੇਟ ਹੁੰਦਾ। ਉਹਨਾਂ ਕਹਿੰਦੇ ਕਿ ਆਪਣੀ ਲਾਈਕ ਇੱਦਾਂ ਆਸਟਰੀਆ ਦੀ PCC ਲੈ ਕੇ ਆਓ ਜਾਂ ਫਿਰ ਜਰਮਨ ਦੀ PCC ਲੈ ਕੇ ਆਓ ਕਿ ਤੁਹਾਨੂੰ ਉੱਥੇ ਕਿਉਂ ਫੜਾ ਗਿਆ, ਕੀ ਸੀਨ ਸੀਗਾ ਉੱਥੇ ਹੈ ਨਾ। ਉਹ ਚੀਜ਼ ਕਰਕੇ ਕਲੀਅਰ ਫਿਰ ਤੁਹਾਨੂੰ ਇੱਥੇ ਵੀ TRC ਮਿਲ ਜਾਣੀ ਆ, ਕੋਈ ਬਹੁਤਾ ਵੱਡੀ ਗੱਲ ਨਹੀਂ ਹੈਗੀ। ਬਾਕੀ ਕਈ ਬੰਦਾ ਦੇ ਪਾਸਪੋਰਟ ਗੁੰਮੇ ਪਏ ਨੇ, ਪਾਸਪੋਰਟ ਜੇ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਵਧੀਆ, ਜੇ ਨਹੀਂ ਤੁਹਾਡੇ ਕੋਲ ਪਾਸਪੋਰਟ ਅਪਲਾਈ ਹੁੰਦਾ ਤੇ ਤੁਸੀਂ ਪੁਲਿਸ ਰਿਪੋਰਟ ਕਰਾ ਕੇ ਔਰ ਐਮਬੈਸੀ 'ਚ ਅਪਲਾਈ ਕਰਨ ਵਾਲੀ ਸਲਿੱਪ ਲੈ ਲਿਓ ਤੇ ਤਿੰਨੋਂ ਚੀਜ਼ਾਂ ਲੈ ਕੇ ਤੁਸੀਂ ਜਦੋਂ ਤੁਹਾਨੂੰ ਸ਼ੈਫ ਨੇ ਬੁਲਾਇਆ ਤੁਸੀਂ ਉੱਥੇ ਜਾ ਕੇ ਆਹ ਚੀਜ਼ ਦੱਸ ਸਕਦੇ ਹੋ। ਬਿਲਕੁਲ ਜੈਨੂਅਲੀ ਤੁਹਾਡੇ ਕੋਲ ਡਾਕੂਮੈਂਟ ਦਾ ਰੀਜ਼ਨ ਹੋਣਾ ਚਾਹੀਦਾ ਕਿ ਉਹ ਤੁਹਾਡਾ ਡਾਕੂਮੈਂਟ ਲੋਸਟ ਹੋਇਆ ਤੇ ਤੁਹਾਡੇ ਕੋਲ ਉਹਦੀ ਅਪਲਾਈ ਕਰਨ ਦੀ ਸਲਿੱਪ ਵੀ ਹੈਗੀ ਆ ਤੇ ਐਟ ਏ ਟਾਈਮ ਆਹ ਸਾਰਾ ਸਿਸਟਮ ਜਾਂ ਸ਼ੈਫ ਨੇ ਇੱਕਦਮ ਅਚਾਨਕ ਕਰਿਆ ਤੇ ਉਸ ਕਰਕੇ ਤੁਸੀਂ ਆਪਣੀ ਸਾਰੀ ਚੀਜ਼ਾਂ ਉਹਨਾਂ ਨੂੰ ਕਲੈਰੀਫਾਈ ਕਰਾ ਸਕਦੇ ਹੋ ਕਿ ਆਹ ਸਾਡਾ ਕੁਝ ਸਾਰਾ ਕੁਝ ਹੈਗਾ। ਤੇ ਜਿਹੜੇ ਭਰਾ ਨੇ ਹਾਲੇ ਤੱਕ ਕੋਈ ਟੈਕਸ ਨਹੀਂ ਦਿੱਤਾ, ਨਏ ਆਏ ਨੇ, ਹਾਲੇ ਤੱਕ ਉਹਨਾਂ ਨੂੰ ਕੰਮ ਹੀ ਨਹੀਂ ਮਿਲਿਆ, ਫਾਈਲ ਲੋਕ ਜਿਨ੍ਹਾਂ ਦੀ ਫਾਈਲ ਲੋਕ ਹੀ ਨਹੀਂ ਯਾਰ ਉਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਹੈ ਨਾ। ਫਾਈਲ ਲੋਕ ਹੋਣੀ ਬਹੁਤ ਜ਼ਰੂਰੀ ਹੈ ਸ਼ੈਫ ਦੇ ਅੰਦਰ, ਉਹ ਬਹੁਤ ਮੈਟਰ ਕਰਦਾ। ਜਿਨ੍ਹਾਂ ਦੀ 4 ਮਹੀਨਿਆਂ ਤੋਂ ਨਹੀਂ ਹੋਈ, 5 ਮਹੀਨੇ ਤੋਂ ਨਹੀਂ, ਜਿਨ੍ਹਾਂ ਦੀ ਐਕਟੀਵਿਟੀ ਓਪਨ ਹੋਈ ਪਈ ਆ ਫਾਈਨੈਂਸ ਦੇ ਅੰਦਰ, ਕਈ ਲੋਕਾਂ ਨੇ ਬਿਨਾਂ ਕੰਟਰੈਕਟ ਤੋਂ ਪੇਪਰ ਲੋਕ ਕਰਾਏ ਹੋਏ ਨੇ, ਉਹਨਾਂ ਦੀ ਫਾਈਨੈਂਸ 'ਚ ਐਕਟੀਵਿਟੀ ਓਪਨ ਆ ਤੇ ਉਹਨਾਂ ਨੂੰ ਵੀ ਕਲੋਜ਼ ਕਰਾਉਣੀ ਕਰਾ ਲਓ, ਨਹੀਂ ਫਿਰ ਤੁਹਾਡੀ ਫਿਰ ਸੈਲਫ ਇੰਪਲੋਇਡ ਦੀ TRC ਆਊਗੀ। ਜਿੱਦਾਂ ਤੁਸੀਂ ਲਾਈਕ ਇੱਥੇ ਬਿਜ਼ਨਸ ਕਰਦੇ ਹੋ, ਤੁਸੀਂ ਗਲੋਬਲ ਦੀ ID 'ਤੇ ਕੰਮ ਕਰਦੇ ਹੋ, ਉਹ ਤੁਹਾਡੀ ਸੈਲਫ ਇੰਪਲੋਇਡ ਵਾਲੀ ਬਣਦੀ ਐਕਟੀਵਿਟੀ ਵਾਲੀ। ਤੇ ਆਪਣੇ ਸਾਰੇ ਡਾਕੂਮੈਂਟੇਸ਼ਨ ਕੰਪਲੀਟ ਕਰਵਾਓ, ਮੈਂ ਬਾਰ-ਬਾਰ ਕਹਿੰਦਾ। ਤੇ ਤੁਹਾਡੇ ਕੋਲ ਤੇ ਕੋਈ ਵੀ ਕ੍ਰਾਈਮ ਕੇਸ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੰਟਰੀ ਦਾ ਤੇ ਹੀ ਤੁਹਾਨੂੰ ਇੱਥੇ TRC ਮਿਲੂਗੀ। ਜਾਂ ਤੁਹਾਡੇ ਡਾਕੂਮੈਂਟ ਨਹੀਂ ਬੋਲਣੇ ਚਾਹੀਦੇ ਕਿ ਆਹ ਬੰਦੇ ਨੇ ਉੱਥੇ ਆਹ ਕਾਂਡ ਕੀਤਾ ਹੋਇਆ ਤੇ ਤਾਂ ਕਰਕੇ ਆਪਾਂ ਨੂੰ ਮਿਲਣਾ ਨਹੀਂ ਹੈ ਨਾ। ਉਹ ਤੁਹਾਡੇ ਡਾਕੂਮੈਂਟ ਬੜੇ ਜ਼ਰੂਰੀ ਨੇ। ਤੇ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਕਿ ਇਹਨਾਂ ਨੇ ਆਪਣੀ ਨਿਊਜ਼ ਦੇ ਅੰਦਰ ਕੀ ਸਾਫ਼ ਕੀਤਾ ਗਿਆ ਹੈ। ਪੁਰਤਗਾਲੀ 'ਚ ਲਿਖਿਆ ਹੋਇਆ ਤੇ ਮੈਂ ਇੰਨੀ ਵਧੀਆ ਨਹੀਂ ਸਮਝ ਸਕਦਾ ਪਰ ਮੈਨੂੰ ਇੰਗਲਿਸ਼ 'ਚ ਟ੍ਰਾਂਸਲੇਟ ਕਰਕੇ ਤੁਹਾਨੂੰ ਦੱਸਦਾ ਪਿਆ। ਤਾਂ ਸੈਫ ਕਲੈਰੀਫਾਈਜ਼ ਦੈਟ ਇਜ਼ ਨੋਟ ਦਾ ਮੈਟਰ ਫॉर रेगुलेटिंग बट ऑफ द पुटिंग इन नोटिस कि इन्हों की जो शेफ़ है वो बिल्कुल साफ कह रही है कि जो भी आने वाले टाइम है उनके अंदर जो भी लंबा प्रोसेस चल रहा था हम उनको अपील कर रहे हैं। 2021 के और 2022 के लोगों को कवर करने के लिए इन्होंने ये चीज़ रची है, मतलब तैयारी करी है। और फॉरनर्स और जो भी वोटर सर्विस की जो गारंटीज़ है उन्होंने ले रखी है, वो उनको कानून करने में जो भी लोग बॉर्डर से इलीगल और लीगल एंट्री कर रहे थे, ये जो ABMA जो भी नया इनका बना है डिपार्टमेंट, तो इसके अंदर बहुत ही सख्त कार्रवाई की जाएगी। अगर किसी को कोई गलत लग रही है तो वो जाके सैफ न्यूज़ पर देख सकता है। मैं वो जो देखा हुआ है मैं वो पढ़ के बोल रहा हूँ भाई, मैं हिंदी में बोल रहा हूँ क्योंकि यार बहुत सारे बंदे वो पंजाबी नहीं समझ सकते। तो फॉरनर्स बॉर्डर्स की जो सर्विस की जिनकी गारंटी देती थी उन्होंने एक नया कानून स्टार्ट किया और उसके अंदर बहुत ही अच्छी डिसिप्लिन और थोड़ी सी सख्ताई होएगी। और इनका
इन्होंने इस बात को साफ साफ क्लियर किया है कि गारंटीज देते हैं दिस न्यू मॉडल विल बी मेड ऑफ स्ट्रिक्ट कंप्लायंस फॉर द नेट प्रोटेक्टिंग फॉर द वीकली कंप्लीट डिपेंडेंस, कि जितनी जल्दी हो सके इन लोगों को 2021 और 2022 वालों को क्लियर किया जाएगा। अब बात ये आती है, कई लोगों को 6 महीने से काम ही नहीं मिला, तो जेन्युइन सी बात है कि यहाँ पर काम है ही नहीं था, और लोग, इनको भी पुर्तगाल वालों को पता है कि यहाँ पर ऑलरेडी कई महीनों से काम काफ़ी कम हो रखा है और यहाँ पर सीजनली काम होता है। तो ये कोई इशू नहीं है कि आपने टैक्स सबमिट करें या नहीं करें। अगर आपके 1-2 टैक्स गए तो वेल एंड गुड है, अगर नहीं गए तो चलो, अब कोई आपके अकेले के तो गए नहीं, काफ़ी सारे लोग होंगे जिनके नहीं गए। तो इसमें ऐसा कुछ नहीं लिखा कि आपको टीआरसी मिलेगी या नहीं मिलेगी अगर आपके टैक्स गए हुए नहीं। तो ये तो साफ क्लियर करता हूँ मैं। और इनका है कि और जल्दी से के नोट्स फॉर दैट कि जितनी जल्दी हो सके इन सबको क्लियर करेंगे। और जो कोविड की टाइम पर जो भी चीज़ें बंद हो रखी थी, उन चीज़ों की सिवाय कि उनके काम के अंदर भी उन्होंने थोड़ी सी इम्प्रूवमेंट कर दी है। प्रवासियों को वेतन बनाने के आने वाले समय में जो भी लोग यहाँ पर कोविड टाइम से आए तो उन्होंने अब तक जॉब नहीं मिली है, उनको रहने खाने में जो भी प्रॉब्लम है तो उनको भी वो एज सुन एज पॉसिबल ठीक करेंगे। तो इन्होंने कार्यपुर्तगाली एक एजेंसी फॉर माइग्रेशन एंड SILM के नाम से एक APMA को सिग्नेचर किया है, मतलब इन्होंने इनको साइन किया है कि ये जो एक नई यहाँ पर डिपार्टमेंट है वो यहाँ पर आएगा। तो सेफ के इसी के रूप में APMA का निर्माण स्थगित कर, तो इन्होंने जो APMA को ये डन कर दिया है। अब मैं इसमें आगे देखता हूँ, इन्होंने APMA दैट्स नॉट फॉर दैट रिस्ट्रिक्टिंग फॉर द सर्च फॉर अंटिल रजिस्ट्रेशन ऑफ द पुलिस पावर्स ऑफ द डेट फॉर HPSP इन ब्राज़ील्स। तो इसके साथ साथ सेफ के जो काउंटिंग अकाउंट्स हैं कि ये कितने बंदे हैं इसके अंदर, तो विदेश जो भी फॉरेनर्स यहाँ पर रह रहे हैं 2022 और 2021 में, उनकी जो टोटल लोग हैं वो 7,57,252 जो हैं वो लोग हैं जो यहाँ पर रह रहे हैं। इसके अंदर इसमें जो भारतीय भी हो सकते हैं और अपने ब्राज़ील वाले भी हो सकते हैं, पाकिस्तानी, एशियन जितने भी लोग हैं, तो उन्होंने इतना अभी एस्टिमेट लगा कि इतने बंदे हैं जिनको सबको ये इम्प्रूवमेंट करेगी, मतलब लाइक फाइल वगैरह लो करके इनको अपील करेगी, इनको कार्ड देगी। और ब्राज़ील के जो देशों में कुल 2,33,138 लोग हैं 2021 की तुलना में। भाई साहब 13% की ग्रोथ आ रखी है कि टोटल तो 7,57,000 लोग हैं जिनको करना है अपील, और 2,33,000 ऑलमोस्ट इनमें से ब्राज़ील के लोग हैं जो इनकी काउंटिंग के अंदर आ रहे हैं। ठीक है जी।